Like the video, subscribe to the channel and press the bell icon for latest video updates. ਸੋ ਉਹਨਾਂ 'ਚ ਕਿੰਨੇ ਇਨੋਸੈਂਟ ਲੋਕ ਮਾਰੇ ਗਏ। ਚਲੋ ਉਹਨਾਂ ਦਾ ਇੰਪ੍ਰੈਸ਼ਨ ਜਿਹੜਾ ਸਾਡੇ ਅਨਕੌਂਸ਼ੀਅਸ ਮਾਈਂਡ 'ਚ ਪਿਆ, ਜਿਹੜਾ ਕਿ ਮੇਰੇ ਵਿੱਚ ਵੀ ਪਿਆ, ਮੈਂ ਦੁਨੀਆ 'ਚ ਤੱਕ ਖੜਾ ਛੁਡਵਾ ਸਕਿਆ। ਇਟਸ ਅ ਡਿਫਰੈਂਟ ਚੈਪਟਰ, ਆਪਾਂ ਉਸ ਪਾਸੇ ਨੂੰ ਨਹੀਂ ਜਾਂਦੇ। ਹਾਂਜੀ ਹਾਂਜੀ, ਆਪਾਂ ਇਹੀ ਆਵਾਂਗੇ ਕਿ ਇਹ ਜੋ ਟਰਮਾਇਲਸ ਹੋ ਰਹੇ ਨੇ, ਮੈਂ ਤਾਂ ਕਹਿੰਦਾ ਕਿ ਮਨੁੱਖ ਦੇ ਜੀਵਨ ਦੇ ਵਿੱਚ ਉਹਦੀ ਡੇ ਟੂ ਡੇ ਲਾਈਫ ਇਸ ਪ੍ਰਕਾਰ ਦੇ ਟਰਮਾਇਲਸ ਨਾਲ ਭਰੀ ਪਈ ਆ। ਉਸ ਟਰਮਾਇਲ ਦੀ ਬੁਨਿਆਦ ਵਿੱਚ ਕਿਆ ਹੈ? ਉਸ ਟਰਮਾਇਲ ਦੀ ਬੁਨਿਆਦ ਵਿੱਚ ਹੈ ਮਨੁੱਖ ਦਾ ਕਰਮ, ਮਨੁੱਖ ਦਾ ਡੇਲੀ ਐਕਟ। ਇਸ ਜੋ ਹੁਣ ਕਰ ਰਿਹਾ ਜਾਂ ਜੋ ਪਿੱਛੇ ਉਹਨੇ ਕਿਤੇ ਕੀਤੇ, ਕਿਸੇ ਸਟੇਜ ਤੇ ਕੀਤੇ ਹੈਗੇ। ਫਿਲਹਾਲ ਤਾਂ ਆਪਾਂ ਜੋ ਹੁਣ ਕਰ ਰਹੇ, ਅੱਛਾ, ਉਹਦੇ ਤੇ ਉਹ ਤੇ ਹੀ ਆਪਾਂ ਕਰਾਂਗੇ। ਅੱਛਾ, ਆਵਾਂਗਾ, ਪਿੱਛੇ ਵੀ ਜਾਵਾਂਗਾ। ਅੱਛਾ ਜੀ, ਇਹ ਜੋ ਮੌਜੂਦਾ ਜੀਵਨ ਹੈ, ਹਾਂਜੀ, ਇਹ ਭਾਰਤ ਸਾਹਿਬ ਕੋਈ ਇਸ ਵਕਤ ਘੜੀ ਘੜਾਈ ਕੋਈ ਸਟੋਰੀ ਨਹੀਂ। ਆ ਜੋ ਮੌਜੂਦਾ ਜੀਵਨ ਮਨੁੱਖ ਹੰਢਾ ਰਿਹਾ, ਇਟ ਇਜ਼ ਏ ਕੰਟੀਨਿਊਟੀ, ਇਟ ਇਜ਼ ਏ ਕੰਟੀਨਿਊਸ ਫੀਨੋਮੀਨਾ। ਜੋ ਤੁਸੀਂ ਹੰਢਾ ਰਹੇ, ਜੋ ਮੈਂ ਹੰਢਾ ਰਿਹਾ, ਜਾਂ ਹੋਰ ਲੋਕੀ ਹੰਢਾ ਰਹੇ, ਇਟ ਇਜ਼ ਅ ਕੰਟੀਨਿਊਟੀ ਫੀਨੋਮੀਨਨ। ਹਰ ਵਿਅਕਤੀ ਦੀ ਜਿਹੜੀ ਲਾਈਫ ਹੈਗੀ ਆ, ਉਹ ਇਟਸੈਲਫ ਇਜ਼ ਅ ਟਰਮੋਇਲ। ਬਿਲਕੁਲ ਠੀਕ। ਤੁਸੀਂ ਅਫਗਾਨ ਨੂੰ ਜਾਂ ਪਾਰਟੀਸ਼ਨ ਪਾਸੇ ਰੱਖਦੇ ਹੋ, ਸਵੇਰ ਲੈ ਕੇ ਸ਼ਾਮ ਤੱਕ ਅਸੀਂ ਇਤਨੀਆਂ ਐਂਗੁਸ਼ ਵਿੱਚ ਗੁਜ਼ਰਦੇ ਹੈਗੇ ਆ, ਇਤਨੀਆਂ ਦੁੱਖ ਤਕਲੀਫਾਂ ਨੇ ਇਸ ਸੰਸਾਰ ਵਿੱਚ। ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਇਸ ਦੁੱਖ ਤੋਂ ਪੀੜਤ ਨਹੀਂ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਡਾਕਟਰ ਜਸਵੀਰ ਸਿੰਘ ਦੋਸਾਂਝ, ਜੋ ਕਿ ਬੇਸਿਕਲੀ MD ਸਕਿਨ ਸਪੈਸ਼ਲਿਸਟ ਹੈ, ਜਲੰਧਰ 'ਚ ਪ੍ਰੈਕਟਿਸ ਕਰਦੇ ਹੈਗੇ, ਸਪਿਰਿਚੁਅਲਿਟੀ ਦੇ ਬੜੇ ਮਾਹਰ ਹੈਗੇ ਆ। ਉਹਨਾਂ ਨਾਲ ਸੀਰੀਜ਼ ਇੱਕ ਨਵੀਂ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਖਾਸ ਤੌਰ 'ਤੇ ਟਰਮਾਇਲ ਆ। ਤੁਸੀਂ ਦੇਖਿਆ ਅਫਗਾਨਿਸਤਾਨ 'ਚ ਕਿੱਡਾ ਵੱਡਾ ਟਰਮਾਇਲ ਹੋਇਆ, 1947 ਵਿੱਚ ਹੋਇਆ, 84 ਵਿੱਚ ਹੋਇਆ, ਵਰਲਡ ਵਾਰ 1, ਵਰਲਡ ਵਾਰ 2, ਪਤਾ ਨਹੀਂ ਕੀ ਕੁਛ, ਜਿਹਦੇ ਵਿੱਚ ਮਾਸ ਹੋਲੋਕਾਸਟ ਹੁੰਦਾ ਹੈਗਾ। ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈਗਾ। दर्शकों, आप सबके बीच स्व प्रकाशमान दूत को मेरा प्रणाम। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਅਫਗਾਨਿਸਤਾਨ ਦਾ ਲੇਟੈਸਟ ਇੰਸੀਡੈਂਸ ਹੋਇਆ, ਬੜਾ ਮਨ ਖਰਾਬ ਹੁੰਦਾ ਹੈਗਾ। ਕਿਸ ਤਰ੍ਹਾਂ ਇਹ ਜਿਹੜੀ ਹੈਗੀ ਤਾਲਿਬਾਨ ਫੋਰਸਸ ਨੇ ਲਾਅ ਅਬਾਈਡਿੰਗ ਸਿਟੀਜ਼ਨ 'ਤੇ ਉਹ ਕਰਕੇ, ਕਿਸ ਤਰ੍ਹਾਂ ਫਿਰ ਬਾਅਦ ਵਿੱਚ ਬਲਾਸਟ ਵੀ ਹੋਈ, ਬਹੁਤ ਸਾਰੇ ਲੋਕੀ ਇਵੈਕੂਏਟ ਵੀ ਹੋਏ। ਇਹ ਕੀ ਸਾਰਾ ਪ੍ਰੋਸੈਸ ਤੁਸੀਂ ਮੰਨਦੇ ਹੋਗੇ? ਕੀ ਇਹੋ ਸਿਸਟਮ ਹੈਗਾ? ਭਾਰਤ ਸਾਹਿਬ, ਦੇਖਣ ਨੂੰ ਤਾਂ ਐਵੇਂ ਲੱਗ ਰਿਹਾ ਕਿ ਇਹ ਜੋ ਵੀ ਬਾਹਰ ਮੁਖੀ ਵਰਤਾਰੇ ਦੇ ਵਿੱਚ, ਸਮਾਜ ਵਿੱਚ, ਇਸ ਸੰਸਾਰ ਦੇ ਵਿੱਚ, ਹਾਂਜੀ, ਜੋ ਵੀ ਇਹ ਘਟਨਾਵਾਂ ਹੰਗਾਮੇ ਹੁੰਦੇ ਨੇ, ਹਾਂਜੀ, ਅਸੀਂ ਐਜ਼ ਏ ਲੇਮੈਨ ਦੀ ਬੋਲੀ ਵਿੱਚ ਮਹਿਸੂਸ ਕਰਦੇ ਹੈਗੇ ਹਾਂ ਕਿ ਇਹ ਮਨੁੱਖ ਦੇ ਹੀ ਬਣਾਏ ਹੋਏ ਵਰਤਾਰੇ ਨੇ। ਹਾਂਜੀ, ਪੰਜ ਦੇ ਚੈਨਲ ਦੇ ਉੱਪਰ ਆਪਾਂ ਡਿਸਕਸ਼ਨ ਵੀ ਸੁਣਦੇ ਹਾਂ। ਹਾਂਜੀ, ਉਸ ਡਿਸਕਸ਼ਨ ਦੇ ਵਿੱਚ ਜੋ ਵੀ ਲੋਕ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਜੀ ਐਕਸਪਰਟ ਨੇ ਇਸ ਚੀਜ਼ ਦੇ ਵਿੱਚ, ਇਸ ਚੀਜ਼ ਐਕਸਪਰਟ ਨੇ, ਕੋਈ ਇੰਟਰਨੈਸ਼ਨਲ ਇਸ਼ੂਜ਼ ਦੇ ਉੱਪਰ ਐਕਸਪਰਟ ਹੈ, ਕੋਈ ਪੱਤਰਕਾਰ ਹੈ, ਕੋਈ ਥਿੰਕਰ ਹੈ, ਕੋਈ ਫਿਲਾਸਫਰ ਹੈ, ਉਹ ਜੋ ਵੀ ਆਪਾਂ ਆਪਣੇ ਵਿਊਜ਼ ਦੇ ਰਹੇ ਨੇ, ਕੋਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ, ਕੋਈ ਰਸ਼ੀਆ ਨੂੰ, ਕੋਈ ਚਾਈਨਾ ਨੂੰ। ਔਰ ਇਹ ਸਾਰੀ ਦੀ ਸਾਰੀਆਂ ਚੀਜ਼ਾਂ ਤੁਸੀਂ ਇਸ ਚੀਜ਼ 'ਤੇ ਨੋਟ ਕਰੋ ਕਿ ਸਾਡੇ ਟੋਟਲ ਸਮਾਜ ਦੀ ਥਿੰਕਿੰਗ ਐਂਡ ਟੋਟਲ ਸਮਾਜ ਦੀ ਕੰਸਟੀਟਿਊਸ਼ਨ ਇਸ ਚੀਜ਼ ਦੇ ਉੱਪਰ ਜੁੜੀ ਹੋਈ ਹੈਗੀ ਆ ਕਿ ਬੁਨਿਆਦੀ ਤੌਰ ਦੇ ਉੱਪਰ ਇਹਦਾ ਜ਼ਿੰਮੇਵਾਰ ਕੌਣ ਆ। ਅਸੀਂ ਇਸੇ ਲੱਭਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਪਾਕਿਸਤਾਨ, ਕੋਈ ਕਹਿੰਦਾ ਪਾਕਿਸਤਾਨ ਇਹਨਾਂ ਨੂੰ ਚੁੱਕ ਰਿਹਾ ਜੀ, ਕੋਈ ਕਹਿੰਦਾ ਕਿਉਂਕਿ ਹਿੰਦੁਸਤਾਨ ਨੇ ਉੱਥੇ ਡਿਵੈਲਪਮੈਂਟ ਕੀਤੀ ਸੀ, ਉੱਥੇ ਹੋ ਗਈ, ਬਾਈਡਨ ਬਹੁਤ ਵੀਕ ਨਿਕਲਿਆ ਜੀ, ਫਲਾਨਾ। ਬੜਾ ਭਾਂਤ ਦਾ ਤੁਹਾਨੂੰ ਇਹ ਚਰਚਾ ਦੇਖਣ ਨੂੰ ਮਿਲੇਗੀ। ਹਾਂਜੀ, ਤੇ ਲੇਕਿਨ ਫਾਰਸ ਸਾਹਿਬ, ਤੁਸੀਂ ਅੱਜ ਜਦ ਆਏ ਹੋ ਤਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਹਰਕਾਰਾ ਟਾਈਮਸ ਦੇ ਵਿੱਚ ਐਂਡ ਆਪਣੀ ਫੇਸਬੁੱਕ ਉੱਪਰ ਵੀ, ਹਾਂਜੀ, ਇੱਕ ਕਾਲਮ ਸ਼ੁਰੂ ਕੀਤਾ, ਟਰਮਾਇਲ ਆਫ ਤਾਓ। ਜੀ ਜੀ, ਵੈਸੇ ਤਾਂ ਮੈਂ ਉਹ ਲਿਖ ਰਿਹਾ, ਮੈਂ ਪੜ੍ਹਿਆ ਨਹੀਂ, ਮੈਂ ਪੜਾਂਗਾ ਇੱਕ ਦੇ ਦਿਨ 'ਚ, ਫਿਰ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ। ਤਾਂ ਮੇਰਾ ਖਿਆਲ ਹੈ ਕਿ ਆਪਾਂ ਉਸੇ ਚੀਜ਼ ਦੀ ਰੋਸ਼ਨੀ ਵਿੱਚ ਟਰਮਾਇਲ ਆਫ ਤਾਓ ਨੂੰ ਹੀ ਲੈ ਕੇ ਇਸ ਸਾਰੇ ਵਰਤਾਰੇ ਦੀ ਵਿਆਖਿਆ ਕਰਾਂਗੇ। ਜੀ ਜੀ, ਮਿਰਜ਼ਾ ਗਾਲਿਬ ਦਾ ਜਿਹੜਾ ਉਹ ਇੱਕ ਬਹੁਤ ਫੇਮਸ ਸ਼ੇਰ ਹੈ, ਉਹਦੇ ਉੱਪਰ
जगजीत सिंह ने गाया भी है। हाँ जी। अगर सब तरफ तू ही तू है मौजूद तो ये हंगामा है खुदा क्या है, हंगामा है खुदा क्या है। सवाल पैदा ਇਹ ਹੁੰਦਾ, ਆਪਾਂ ਗੱਲਬਾਤ ਕਰਦੇ ਹੈਗੇ ਆ ਵਾਸਤਵਿਕ ਧਰਮ ਦੀ, ਸਪਿਰਚੁਅਲਿਜ਼ਮ ਦੀ। तो ਜਦੋਂ ਅਸੀਂ ਇਸ ਚੀਜ਼, ਕਿਉਂਕਿ ਭਾਰਤੀ ਦਰਸ਼ਨ ਦੀ ਤਾਂ ਬੁਨਿਆਦ ਹੀ ਇਹ ਸਪਿਰਚੁਅਲਿਜ਼ਮ ਹੈ, ਸਨਾਤਨ ਹੈ। ਸਨਾਤਨ ਜਿਹੜਾ ਉਹਨਾਂ ਦਾ ਧਰਮ ਨਿਕਲਦਾ ਉਹਦੀ ਬੁਨਿਆਦ ਹੀ ਸਪਿਰਚੁਅਲਿਜ਼ਮ ਹੈ, ਭਾਵ ਕਿ ਕੌਨਸ਼ੀਅਸਨੈਸ ਹੈ। ਸੋ ਸਾਡੀ ਤਾਂ ਭਾਰਤ ਦੀ ਬੁਨਿਆਦ ਹੀ ਇਹ ਇਨਵਿਜ਼ੀਬਲ ਫੀਨੋਮਨਾ ਆਫ ਕੌਨਸ਼ੀਅਸਨੈਸ ਹੈ। ਉਸ ਚੇਤਨਾ ਨੂੰ, ਉਸ ਇਨਵਿਜ਼ੀਬਲ ਫੀਨੋਮਨਾ ਨੂੰ ਅਸੀਂ ਭਾਰਤੀ ਦਰਸ਼ਨ ਨੇ ਪੁਰਸ਼ ਕਿਹਾ, ਜਾਂ ਗੋਬਿੰਦ ਕਿਹਾ, ਜਾਂ ਅਸੀਂ ਉਸਨੂੰ ਬ੍ਰਹਮ ਵੀ ਆਖਦੇ ਹਾਂ। ਐਂਡ ਚਾਈਨੀਜ਼ ਬੋਲੀ ਵਿੱਚ ਉਸਨੂੰ ਤਾਓ ਵੀ ਕਹਿੰਦੇ ਨੇ। ਮੈਨੂੰ ਯਾਦ ਆਉਂਦਾ ਕਿ ਵੈਸਟਰਨ ਇੱਕ ਥਿੰਕਰ ਹੈ, ਫਿਲਾਸਫਰ ਐਂਡ ਮੈਥਮੈਟੀਸ਼ੀਅਨ ਹੋਇਆ, ਫ੍ਰਿਟਜ਼ੋਫ ਕੈਪਰਾ। ਹਾਂਜੀ। ਉਹਦੀ ਮੈਂ ਅੱਜ ਤੋਂ ਕੋਈ 20-25 ਸਾਲ ਪਹਿਲਾਂ ਕਿਤਾਬ ਪੜ੍ਹੀ ਸੀ, ਦ ਤਾਓ ਆਫ ਫਿਜ਼ਿਕਸ। ਅੱਛਾ ਜੀ। ਔਰ ਉਸ ਤੋਂ ਪਹਿਲਾਂ ਲਾਓ ਤਸੇ ਦੇ ਜੋ ਤਾਓ ਤੇ ਕਿੰਗ ਦੇ ਉੱਪਰ ਜੋ ਵਿਆਖਿਆ ਹੈ, ਹਾਂਜੀ, ਸਤਿਗੁਰੂ ਓਸ਼ੋ ਦੀ ਤਾਓ ਉਪਨਿਸ਼ਦ। ਉਸ ਤੋਂ ਬਾਅਦ ਸਮਝ ਆਈ ਕਿ ਵਟ ਇਜ਼ ਦਿਸ ਤਾਓ, ਕਿਉਂਕਿ ਚੀਨ ਦੇ ਵਿੱਚ ਕਨਫਿਊਸ਼ੀਅਸ ਐਂਡ ਤਾਓਇਜ਼ਮ ਇਕੱਠੇ ਚੱਲਦੇ ਨੇ। ਹਾਂਜੀ। ਸੋ ਜੋ ਤਾਓ, ਜੋ ਅਸੀਂ ਇੰਡੀਆ ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ, ਉਹਦਾ ਦੂਸਰਾ ਨਾਮ ਤਾਓ ਹੈ। ਜੀ ਜੀ। तो मेरी जो टोटल एक एथीज़म चो निकल के थीइज़म वाल दी जो यात्रा है, नास्तिकता विचों निकल के आस्तिकता वाल मेरा जो एवोल्यूशन है, हाँ जी, ਉਹਦੀ ਬੁਨਿਆਦ ਵਿੱਚ ਇਹ ਤਾਓ ਉਪਨਿਸ਼ਦ ਪਿਆ। ਅੱਛਾ ਜੀ। ਮੇਰੇ ਵਿੱਚ ਤਬਦੀਲੀ ਇਸ ਪਾਸੇ ਨੂੰ ਮੋੜਨ ਵਾਲੇ ਜੋ ਬੇਸਿਕ ਗ੍ਰੰਥ ਨੇ, ਉਹਨਾਂ ਵਿੱਚ ਇਹ ਤਾਓ ਉਪਨਿਸ਼ਦ ਐਂਡ ਇੰਡੀਅਨ ਉਪਨਿਸ਼ਦ ਜਿਹੜੇ ਨੇ, ਤਾਓ ਉਪਨਿਸ਼ਦ ਐਂਡ ਇੰਡੀਅਨ ਉਪਨਿਸ਼ਦ ਵਨ ਐਂਡ ਦਾ ਸੇਮ ਥਿੰਗ। ਸਮਝਿਆ, ਠੀਕ ਠੀਕ। ਸੋ ਮੈਂ ਇਸ ਚੀਜ਼ ਨੂੰ ਦੇਖ ਕੇ, ਛੋਟਾ ਜਿਹਾ ਸਵਾਲ ਹੈ, ਫਿਰ ਕੰਟੀਨਿਊ ਕਰ ਲੈ। ਕਦੋਂ ਕੁ ਤਬਦੀਲੀ ਆਉਣੀ ਸ਼ੁਰੂ ਹੋਈ ਸੀ ਤੁਹਾਡੇ ਵਿੱਚ? ਮੈਂ ਉਦੋਂ, ਹੁਣ ਮੈਨੂੰ 74ਵਾਂ ਵਾਲਾ ਬੀਤਦਾ ਪਿਆ। ਹਾਂਜੀ। ਉਸ ਵਕਤ ਮੈਂ 41-42 ਸਾਲ ਦਾ ਸੀ। ਐਂਡ ਭਾਰਤੀ ਦਰਸ਼ਨ 'ਚ ਇਹ ਚੀਜ਼ ਬਹੁਤ ਹੀ ਇੰਪੋਰਟੈਂਟ ਹੈ ਜਿਹੜੀ ਕਿ ਮੈਨੂੰ ਬਾਅਦ ਸਮਝ ਆਈ। ਮਤਲਬ 34-35 ਸਾਲ ਪੁਰਾਣੀ ਗੱਲ ਹੈ। ਹਾਂਜੀ, ਇਹ 91-92 ਦੀ ਗੱਲਬਾਤ ਹੋ ਗਈ, 90-91 ਦੀ। 90-91 ਜਦੋਂ ਕਿ ਮੈਂ 42 ਸਾਲ ਦਾ ਸੀ, 90-91 ਦੀ ਗੱਲਬਾਤ ਹੋਈ। ਭਾਰਤੀ ਦਰਸ਼ਨ ਦੀ ਇੱਕ ਬਾਅਦ ਜਦੋਂ ਪੜ੍ਹਦੇ ਪਤਾ ਚੱਲਿਆ ਕਿ ਇਹ ਜਿਹੜਾ ਮਨੁੱਖ ਦੇ ਵਿੱਚ ਤਬਦੀਲੀ ਹੈ ਜਾਂ ਗੈਸਟਾਲਟ ਹੈ ਪੁਰਾਣੀ ਦਾ, ਉਹ 41-42 ਸਾਲ ਦੀ ਉਮਰ ਵਿੱਚ ਆ ਜਾਣਾ ਚਾਹੀਦਾ। ਕਈਆਂ ਦਾ ਤਾਂ ਡਾਕਟਰ ਸਾਹਿਬ ਮੈਂ ਦੇਖਿਆ 70-70 ਉਹ ਤਾਂ ਆਉਂਦਾ ਹੀ ਨਹੀਂਗਾ। ਮੈਂ ਜਿਹੜੀ ਗੱਲ ਕਰ ਰਿਹਾ ਨਾ, ਅੱਛਾ, ਜਿਨ੍ਹਾਂ ਵਿੱਚ ਆਉਣਾ ਉਦੋਂ ਕਾ ਜਾਂਦਾ। ਹਾਂ, 41-42 ਸਾਲ ਦਾ ਇੱਕ ਇਹੋ ਜਿਹਾ ਪੀਰੀਅਡ ਹੈ ਜਿਹਦੇ ਵਿੱਚ ਮਨੁੱਖ ਦੇ ਜੀਵਨ ਦਾ ਡਾਊਨਫਾਲ ਸ਼ੁਰੂ ਹੋਇਆ ਹੁੰਦਾ। ਉੱਥੇ ਆ ਕੇ ਮਨੁੱਖ ਨੂੰ ਇਹ ਸਮਝ ਆਉਣੀ ਸ਼ੁਰੂ ਹੁੰਦੀ ਕਿ ਮੈਂ ਅਜੇ ਤੱਕ ਆਪਣੀ ਪਦਾਰਥਕ ਲਾਈਫ ਦੇ ਵਿੱਚ ਜਾਂ ਗ੍ਰਸਤ ਜੀਵਨ ਦੇ ਵਿੱਚ ਕੀ ਪ੍ਰਾਪਤ ਕੀਤਾ ਤੇ ਕੀ ਮੈਂ ਪ੍ਰਾਪਤ ਨਹੀਂ ਕੀਤਾ। ਆਪਣੀਆਂ ਫੇਲਰਸ ਐਂਡ ਆਪਣੀਆਂ ਜੋ ਸਕਸੈਸਿਸ ਨੇ, ਉਹਨਾਂ ਦਾ ਉਹ ਨਿਰਣਾ ਕਰਨ ਲੱਗਦਾ ਹੈ। ਤੈਨੂੰ ਲੱਗਦਾ ਕਿ ਮੈਂ ਤਾਂ ਕੀਤਾ ਕੁਝ ਨਹੀਂ। ਐਂਡ ਸਭ ਤੋਂ ਵੱਧ ਅਟੈਕ 41-42 ਸਾਲ ਦੀ ਉਮਰ 'ਚ ਹੁੰਦੇ, ਹਾਰਟ ਅਟੈਕ। ਉਹ ਅੱਛਾ, ਜਦੋਂ ਐਨਾਲਾਈਜ਼ ਕਰਦਾ ਹੈਗਾ ਉਹ, ਉਸ ਵਕਤ ਹੀ ਇਹ ਬਲੱਡ ਪ੍ਰੈਸ਼ਰ ਵੱਧਦਾ, ਉਸ ਵਕਤ ਹੀ ਭਾਂਤ ਦੇ ਰੋਗ ਮਨੁੱਖ ਨੂੰ ਆਣ ਘੇਰਦੇ ਨੇ। ਮੇਰੇ ਕਹਿਣ ਦਾ ਭਾਵ ਹੈਗਾ ਕਿ 41-42 ਸਾਲ ਦੀ ਉਮਰ ਦੇ ਵਿੱਚ ਇਹ ਜੋ ਤਾਓ ਹੈ, ਇਹ ਜੋ ਬ੍ਰਹਮ ਹੈ, ਇਹ ਜੋ ਆਦਿ ਸ਼ਕਤੀ ਹੈ, ਜੋ ਇਨਵਿਜ਼ੀਬਲ ਫੀਨੋਮੀਨਾ ਆਫ ਕੌਨਸ਼ੀਅਸਨੈਸ ਹੈ, ਇਹ ਮਨੁੱਖ ਨੂੰ ਇੱਕ ਜੋਲਟ ਦਿੰਦਾ ਕਿ ਜਾਗ। ਅਗਰ ਤੂੰ ਹੁਣ ਨਾ ਜਾਗਿਆ ਤਾਂ ਫਿਰ ਤੂੰ ਸੁੱਤਾ ਹੀ ਰਹੇਗਾ। ਐਂਡ ਇਹ ਤਾਓ 42 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਤੱਕ 7 ਸਾਲ ਮਨੁੱਖ ਨੂੰ ਬੇਇੰਤਹਾ ਜੋਲਟ ਦਿੰਦਾ। ਅੱਛਾ, 41 ਤੋਂ ਲੈ ਕੇ 49 ਸਾਲ ਤੱਕ, 8 ਸਾਲ, 7 ਸਾਲ ਪੂਰਾ ਨਿਚੋੜ ਦਿੰਦਾ। 7 ਸਾਲ ਦਾ ਪੀਰੀਅਡ ਆ। ਅੱਛਾ ਅੱਛਾ। ਇਸ ਜੀਵਨ ਦੇ 7 ਸਾਲ ਦਾ ਪੀਰੀਅਡ ਹੈਗਾ ਐਵੋਲੂਸ਼ਨ ਦੇ ਫੇਜ਼ਸ ਦਾ। ਹਰ 7 ਸਾਲ ਬਾਅਦ ਨਵੀਂ ਚੀਜ਼ ਡਿਵੈਲਪ ਹੁੰਦੀ ਹੈਗੀ ਆ। ਜਿਹੜਾ ਤਾਂ 42 ਤੋਂ 49 ਤੱਕ ਸਮਝ ਆਉਂਦੀ ਹੈਗੀ ਆ ਕਿ ਨੋ, ਇਸ ਜੀਵਨ ਦੇ ਮੈਨੇ ਕੁਛ ਹੋਰ ਨੇ, ਇਹ ਜਿਹੜੀ ਮੈਂ ਦੌੜ ਭਜਾਈ 'ਚ ਪਿਆ ਹੋਇਆ ਇਹ ਮੈਨੇ ਨਹੀਂ ਹੈਗੇ। ਉਹ ਤਾਂ ਫਿਰ ਇਸ
ਐਥੀਜ਼ਮ ਤੋਂ ਨਿਕਲ ਕੇ ਥੀਇਜ਼ਮ ਵੱਲ ਉਹਦੀ ਯਾਤਰਾ ਸ਼ੁਰੂ ਹੋ ਜਾਂਦੀ ਹੈਗੀ ਆ। ਜਿਹੜਾ 49 ਸਾਲ ਤੱਕ ਵੀ ਨਹੀਂ ਮੁੜਦਾ ਉਹ ਫਿਰ ਨਹੀਂ ਮੁੜਦਾ, ਉਹ ਫਿਰ ਆਪਣੀ ਉਹ ਜਿਹੜੀ ਗੱਡੀ ਜਿੱਧਰ ਨੂੰ ਭਜਾਈ ਉਧਰ ਭਜਾਈ ਜਾਂਦਾ ਉਹ। ਐਨੀਵੇ ਇਹ ਜੋ ਤਾਓ ਜਾਂ ਇਹ ਜੋ ਬ੍ਰਹਮ ਹੈ, ਜੋ ਇਨਵਿਜ਼ੀਬਲ ਫੈਨੋਮਨਾ ਆਫ ਦਿਸ ਲਾਈਫ ਹੈ, ਮੁੜ ਕਿੜ ਕੇ ਮੈਂ ਸਾਰੀ ਗੱਲਬਾਤ ਨੂੰ ਉੱਥੇ ਲੈ ਆਉਣਾ। ਆਪਾਂ ਜਿੱਥੋਂ ਸ਼ੁਰੂ ਕੀਤੀ ਸੀਗੀ ਕਿ ਇਹ ਜੋ ਟਰਮਾਇਲ ਸਾਨੂੰ ਦਿਖਾਈ ਦੇ ਰਹੇ ਨੇ ਬਾਹਰ ਮੁਖੀ ਵਰਤਾਰੇ ਵਿੱਚ, ਇਸ ਸਮਾਜ ਵਿੱਚ, ਇਸ ਸੰਸਾਰ ਦੇ ਵਿੱਚ, ਅਸੀਂ ਲੋਕ ਸਮਝਦੇ ਹੈਗੇ ਹਾਂ ਕਿ ਇਹ ਮੈਨ ਕ੍ਰੀਏਟਡ ਨੇ। ਪੋਲੀਟੀਸ਼ੀਅਨ ਜ਼ਿੰਮੇਵਾਰ ਆ, ਹੋਇਆ ਜੀ ਇੱਧਰ ਆ ਜੀ, ਉੱਥੇ ਕੈਨਲਾਈਜ਼ ਕਰਕੇ ਖਤਮ ਹੋ ਜਾਂਦੀ, ਖਤਮ ਕਰ ਦਿੰਦੇ ਆ। ਕੌਣ ਜ਼ਿੰਮੇਵਾਰ ਹੈ ਜੀ, ਇਹਨੂੰ ਇਹਦੀ ਸਜ਼ਾ ਮਿਲੇਗੀ, ਜੇ ਕਰਾਂਗੇ ਉਹ ਕਦਾ ਹੋਰ ਖਤਮ ਕਰਾਂਗੇ। ਲੇਕਿਨ ਇਹ ਖਤਮ ਕਦੇ ਹੋ ਹੀ ਨਹੀਂ ਸਕਦੇ। ਬਿਲਕੁਲ ਠੀਕ ਹੈ। ਮਨੁੱਖ ਜਾਤੀ ਵਿੱਚ ਕਦੇ ਟਰਮਾਇਲ ਇਸ ਪ੍ਰਕਾਰ ਦੇ ਖਤਮ ਹੁੰਦੇ ਨੇ? ਆਪ ਜਾਤੀ ਮਾਰ ਕੇ ਦੇਖੋ, ਕਦੀ ਵੀ ਨਹੀਂ, ਜਦ ਖਤਮ ਹੀ ਨਹੀਂ ਹੁੰਦੇ, ਖਤਮ ਹੀ ਨਹੀਂ ਹੋਣੇ, ਤਾਂ ਇਹਨਾਂ ਦੀ ਜੜ ਕਿਤੇ ਹੋਰ ਹੈ। ਬਿਲਕੁਲ ਠੀਕ ਹੈ। ਉਸ ਜੜ ਦੀ ਵਿਆਖਿਆ ਜਦੋਂ ਹੋਵੇਗੀ ਤਾਂ ਉਸ ਇਸ ਤਾਓ ਦੀ ਵਿਆਖਿਆ ਉਹਨਾਂ ਜੋੜੇ। ਹੁਣ ਦੂਜੀ ਗੱਲ ਉੱਤੇ ਹੈਗੀ, ਇੱਕ ਤਾਓ ਜਾਂ ਬ੍ਰਹਮ ਤਾਂ ਇੱਕ ਸੰਪੂਰਨ ਹੈ, ਇੱਕ ਹੋਲਿਸਟਿਕ ਹੈ, ਇੱਕ ਕੰਪਲੀਟ ਹੈ, ਇੱਕ ਬੈਲੈਂਸ ਸ਼ਕਤੀ ਹੈ, ਜਿਹਨੂੰ ਗੁਰੂ ਨਾਨਕ ਹੁਕਮ ਆਖਦੇ ਨੇ, ਮਹਾਂਵੀਰ ਕਵੇਲੇ ਆਖਦੇ ਨੇ, ਬੁੱਧ ਜਿਸ ਨੂੰ ਧੰਮ ਆਖਦੇ ਨੇ। ਇਹ ਜੋ ਸਾਰੇ ਲਫ਼ਜ਼ ਨੇ, ਇਹ ਜੋ ਸ਼ਕਤੀ ਹੈ ਉਹਦੀ ਵਿਆਖਿਆ ਬਾਰੇ ਨਾਲ ਸੰਬੰਧ ਰੱਖਦੇ ਨੇ। ਮੈਂ ਛੋਟਾ ਜਿਹਾ ਤੁਹਾਨੂੰ ਟੋਕਦਾ ਇਹਦੇ ਵਿੱਚ, ਆ ਅਫਗਾਨਿਸਤਾਨ 'ਚ ਇਨੋਸੈਂਟ ਵੂਮਨ, ਬੰਦੇ, ਛੋਟੇ ਛੋਟੇ ਬੱਚੇ ਵਿਚਾਰੇ, ਬੜਾ ਵਿਜ਼ੂਅਲ ਆਉਂਦੇ, ਬੜਾ ਡਿਸਟਰਬਿੰਗ ਆ, ਬੜਾ ਤਰਸ ਆਉਂਦਾ, ਮਰ ਗਏ ਜਾਂ ਕਿਵੇਂ ਤੜਫਦੇ ਹੈਗੇ ਆ। ਇਹ ਵੀ ਸਾਰਾ ਇਹਦੇ ਨਾਲ ਹੀ ਇੰਟਰਲਿੰਕ ਹੈ। ਇੱਥੇ ਹੀ ਆ ਰਿਹਾ। ਅੱਛਾ ਜੀ। ਸਭ ਤੋਂ ਜ਼ਿਆਦਾ ਸੰਨ 47 ਦੇ ਵਿੱਚ ਡੈਥ ਹੋਈਆਂ। ਹਾਂਜੀ। ਇੰਨੀਆਂ ਵੱਡੀਆਂ ਡੈਥ ਕਿਸੇ ਵੀ ਟਰਮਾਇਲ ਵਿੱਚ ਨਹੀਂ ਹੋਈਆਂ, ਨਾ ਵਰਲਡ ਵਾਰ 1 ਨਾ 2 'ਚ ਕਿਤੇ ਵੀ ਨਹੀਂ ਹੋਈਆਂ। ਸੋ ਉਹਨਾਂ 'ਚ ਕਿੰਨੇ ਇਨੋਸੈਂਟ ਲੋਕ ਮਾਰੇ ਗਏ। ਚਲੋ ਉਹਨਾਂ ਦਾ ਇੰਪ੍ਰੈਸ਼ਨ ਜਿਹੜਾ ਸਾਡੇ ਅਨਕੌਂਸ਼ੀਅਸ ਮਾਈਂਡ 'ਚ ਪਿਆ, ਜਿਹੜਾ ਕਿ ਮੇਰੇ ਵਿੱਚ ਵੀ ਪਿਆ, ਮੈਂ ਦੁਨੀਆ ਅਜੇ ਤੱਕ ਖੜਾ ਛੁਡਵਾ ਸਕਿਆ। ਇਟਸ ਅ ਡਿਫਰੈਂਟ ਚੈਪਟਰ। ਆਪਾਂ ਉਸ ਪਾਸੇ ਨੂੰ ਨਹੀਂ ਜਾਂਦੇ। ਹਾਂਜੀ ਹਾਂਜੀ। ਆਪਾਂ ਇਹੀ ਆਵਾਂਗੇ ਕਿ ਇਹ ਜੋ ਟਰਮਾਇਲਸ ਹੋ ਰਹੇ ਨੇ, ਮੈਂ ਤਾਂ ਕਹਿੰਦਾ ਕਿ ਮਨੁੱਖ ਦੇ ਜੀਵਨ ਦੇ ਵਿੱਚ ਉਹਦੀ ਡੇ ਟੂ ਡੇ ਲਾਈਫ ਇਸ ਪ੍ਰਕਾਰ ਦੇ ਟਰਮਾਇਲਸ ਨਾਲ ਭਰੀ ਪਈ ਆ। ਉਸ ਟਰਮਾਇਲ ਦੀ ਬੁਨਿਆਦ ਵਿੱਚ ਕੀ ਹੈ? ਉਸ ਟਰਮਾਇਲ ਦੀ ਬੁਨਿਆਦ ਵਿੱਚ ਹੈ ਮਨੁੱਖ ਦਾ ਕਰਮ, ਮਨੁੱਖ ਦਾ ਡੇਲੀ ਐਕਟ। ਇਸ ਜੋ ਹੁਣ ਕਰ ਰਿਹਾ ਜਾਂ ਜੋ ਪਿੱਛੇ ਉਹਨੇ ਕੀਤੇ ਕਿਸੇ ਸਟੇਜ ਤੇ ਕੀਤੇ ਹੈਗੇ, ਫਿਲਹਾਲ ਤਾਂ ਆਪਾਂ ਜੋ ਹੁਣ ਕਰ ਰਹੇ। ਅੱਛਾ, ਉਹਦੇ ਤੇ ਉਹ ਤੇ ਹੀ ਆਪਾਂ ਰੱਖਾਂਗੇ। ਅੱਛਾ, ਆਵਾਂਗਾ, ਪਿੱਛੇ ਵੀ ਜਾਵਾਂਗਾ। ਅੱਛਾ ਜੀ। ਇਹ ਜੋ ਮੌਜੂਦਾ ਜੀਵਨ ਹੈ, ਹਾਂਜੀ, ਇਹ ਭਾਰਤ ਸਾਹਿਬ ਕੋਈ ਇਸ ਵਕਤ ਘੜੀ ਕਢਾਈ ਕੋਈ ਸਟੋਰੀ ਨਹੀਂ। ਆ ਜੋ ਮੌਜੂਦਾ ਜੀਵਨ ਮਨੁੱਖ ਹੰਢਾ ਰਿਹਾ, ਇਟ ਇਜ਼ ਏ ਕੰਟੀਨਿਊਟੀ, ਇਟ ਇਜ਼ ਏ ਕੰਟੀਨਿਊਸ ਫੀਨੋਮਨਾ। ਜੋ ਤੁਸੀਂ ਹੰਢਾ ਰਹੇ, ਜੋ ਮੈਂ ਹੰਢਾ ਰਿਹਾ ਜਾਂ ਹੋਰ ਲੋਕੀ ਹੰਢਾ ਰਹੇ, ਇਟ ਇਜ਼ ਅ ਕੰਟੀਨਿਊਟੀ ਫੀਨੋਮਨਨ। ਹਰ ਵਿਅਕਤੀ ਦੀ ਜਿਹੜੀ ਲਾਈਫ ਹੈਗੀ ਆ, ਉਹ ਇਟਸੈਲਫ ਇਜ਼ ਅ ਟਰਮੋਇਲ। ਬਿਲਕੁਲ ਠੀਕ। ਤੁਸੀਂ ਅਫਗਾਨ ਨੂੰ ਜਾਂ ਪਾਰਟੀਸ਼ਨ ਪਾਸੇ ਰੱਖ ਦਿਓ, ਸਵੇਰ ਲੈ ਕੇ ਸ਼ਾਮ ਤੱਕ ਅਸੀਂ ਇਤਨੀਆਂ ਐਂਗੁਸ਼ ਵਿੱਚ ਗੁਜ਼ਰਦੇ ਹੈਗੇ ਆ, ਇਤਨੀਆਂ ਦੁੱਖ ਤਕਲੀਫਾਂ ਨੇ ਇਸ ਸੰਸਾਰ ਵਿੱਚ। ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਇਸ ਦੁੱਖ ਤੋਂ ਪੀੜਤ ਨਹੀਂ ਹੈ। ਸਫਰ ਕਰ ਰਿਹਾ ਹਰ ਵਿਅਕਤੀ। ਕਿਉਂ? ਕਿ ਜਿਹੜੀ ਅਸੀਂ ਪ੍ਰੈਜ਼ੈਂਟ ਲਾਈਫ ਜਿਉ ਰਹੇ ਹਾਂ, ਇਹ ਕੋਈ ਇਸ ਵਕਤ ਦੀ ਘੜੀ ਹੋਈ ਕਹਾਣੀ ਨਹੀਂ। ਜਿਵੇਂ ਕਿ ਤੁਸੀਂ ਹੁਣ ਸਮਝ ਲਓ ਕਿ ਅਫਗਾਨਿਸਤਾਨ 'ਚ ਅਮਰੀਕਾ ਨੇ ਤੇ ਰੂਸ ਨੇ ਕਹਾਣੀ ਘੜੀ ਤੇ ਬੰਦੇ ਮਾਰਤੇ। ਨੋ, ਇਹਦੀ ਬੁਨਿਆਦ, ਇਹਦੀ ਜੜ ਕਿਤੇ ਹੋਰ ਹੈ। ਭਾਵ ਮੇਰੇ ਕਹਿਣ ਦਾ ਇਹ ਹੈ ਕਿ ਇਹ ਜੋ ਐਕਟ ਹੈ, ਕਰਮ ਹੈ, ਜੋ ਸਾਡੇ ਇਸ ਮੌਜੂਦਾ ਲਾਈਫ ਦੇ ਡੀਡਸ ਨੇ, ਇਹ ਇੱਕ ਨਿਰੰਤਰ ਚੱਲੀ ਆ ਰਹੀ ਕੰਟੀਨਿਊਸ ਕਹਾਣੀ ਦਾ ਮਿਡਲ ਪਾਰਟ ਹੈ। ਇਸ ਕਹਾਣੀ ਦੀ ਬੁਨਿਆਦ ਕਿਤੇ ਹੋਰ ਪਈ ਹੈ। ਇਸ ਕਹਾਣੀ ਦੀ ਬੁਨਿਆਦ ਪਿਛਲੇ ਕਰਮ ਦੇ ਵਿੱਚ ਪਈ ਹੋਈ ਹੈਗੀ ਆ। ਪਿਛਲੇ ਜਿਹੜੇ ਐਕਟ ਨੇ, ਉਹਨਾਂ ਦੀ ਕੰਟੀਨਿਊਟੀ ਹੀ ਇਹ ਜੀਵਨ ਦੇ ਐਕਟ ਨੇ। ਇਹੀ ਕੰਟੀਨਿਊਟੀ ਅੱਗੇ ਰਹੇਗੀ। ਹੁਣ ਤੁਸੀਂ ਦੇਖੋ, ਬੁਨਿਆਦੀ ਤੌਰ ਦੇ ਵਿੱਚ ਮਨੁੱਖ ਦੀ ਇਹ ਟਰਮਾਇਲ ਕਿਉਂ ਹੈ? ਇਹ ਇਸ ਪ੍ਰਕਾਰ ਦਾ ਉਹਦਾ ਜੀਵਨ, ਸੰਘਰਸ਼ਮਈ ਜੀਵਨ, ਐਂਗੁਸ਼ ਭਰਿਆ ਹੋਇਆ ਜੀਵਨ ਮਨੁੱਖ ਦਾ ਕਿਉਂ ਹੈ? ਉਹਦਾ ਕਾਰਨ 2-3 ਗੱਲਾਂ ਨੂੰ ਅਸੀਂ ਲੈਣੇ ਹੈਗੇ ਆ, ਜਿਹਨੂੰ ਭਾਰਤੀ ਦਰਸ਼ਨ ਨੇ ਦਵੰਦ ਕਿਹਾ, ਡੁਅਲਿਜ਼ਮ ਕਿਹਾ।
ਉਸ ਡੁਐਲਿਜ਼ਮ ਸਭ ਤੋਂ ਵੱਡੀ ਚੀਜ਼ ਹੈ ਮਨੁੱਖ ਦੇ ਮੂਹਰੇ ਆਉਂਦਾ ਕਿ ਮੈਂ ਸਕਸੈਸ ਪ੍ਰਾਪਤ ਕਰਨੀ ਆ। ਮੈਂ ਕਿਸੇ ਵੀ ਜੀਵਨ ਦੇ ਕਿਸੇ ਮੋੜ ਦੇ ਉੱਪਰ ਮੈਂ ਹਾਰ ਨਾ ਜਾਵਾਂ, ਮੈਂ ਜਿੱਤ ਪ੍ਰਾਪਤ ਕਰਨੀ ਹੈਗੀ ਆ। ਜਿਸ ਵਰਕ ਕਰਮ ਵਿੱਚ ਮੈਂ ਹੈ ਮੈਂ ਇਹ ਜਿੱਤ ਪ੍ਰਾਪਤ ਕਰਨੀ ਹੈਗੀ ਆ। ਉਹ ਜਿੱਤ ਦੀ ਦੌੜ ਦੇ ਵਿੱਚ ਹਾਰ ਨੂੰ ਭੁੱਲੀ ਜਾਂਦਾ। ਉਹ ਜਿੱਤ ਦੀ ਦੌੜ ਵਿੱਚ ਆਪਣੀ ਹਾਰ ਨੂੰ ਭੁੱਲ ਜਾਂਦਾ। ਅਕੋਰਡਿੰਗ ਟੂ ਦ ਥਿਊਰੀ ਆਫ ਡੁਅਲਿਜ਼ਮ, ਦਵੰਦ ਦੀ ਥਿਊਰੀ ਮੁਤਾਬਕ ਦੋਨੋਂ ਇਕੱਠੇ ਖੜੇ ਆ। ਦੋਨੋਂ ਇਕੱਠੇ, ਹਾਂ ਬਿਲਕੁਲ ਠੀਕ ਹੈ। ਸਿਮਿਲਰਲੀ ਦੂਸਰਾ ਇੱਕ ਮਨੁੱਖ ਦਾ ਸਭ ਤੋਂ ਵੱਡੇ ਜੀਵਨ ਦਾ ਆਧਾਰ ਹੈ ਕਿ ਮੈਨੂੰ ਇਸ ਕਰਮ ਦੇ ਵਿੱਚੋਂ, ਮੈਨੂੰ ਇਸ ਐਕਟ ਦੇ ਵਿੱਚੋਂ ਮਿਲੂ ਕੀ ਲਾਭ ਤੇ ਹਾਨੀ। ਅਸੀਂ ਹਰ ਕੰਮ ਲਾਭ ਵਾਸਤੇ ਕਰਦੇ ਆ, ਐਂਡ ਜੋ ਨਾਲ ਖੜਾ ਦਵੰਦ ਨੁਕਸਾਨ ਦਾ, ਹਾਨੀ ਦਾ, ਉਹਨੂੰ ਅਸੀਂ ਭੁੱਲ ਹੀ ਜਾਂਦੇ ਆ। ਉਹਨੇ ਵੀ ਆਪਣਾ ਖਾਤਾ ਖੋਲਣਾ ਕਿਤੇ ਨਾਲ ਹੀ ਪਿਆ। ਹਾਂਜੀ ਹਾਂਜੀ, ਨਾਲ ਹੀ ਪਿਆ। ਫਿਰ ਤੀਸਰਾ ਅਸੀਂ ਬਹੁਤ ਕੋਸ਼ਿਸ਼ ਕਰਦੇ ਹੈਗੇ ਆ ਕਿ ਪੁੰਨ ਕਰੀਏ। ਪੁੰਨ ਕਰਦੇ ਕਰਦੇ ਪਾਪ ਵੀ ਨਾਲ ਖੜਾ ਹੁੰਦਾ, ਉਹਨੂੰ ਅਸੀਂ ਭੁੱਲ ਜਾਂਦੇ ਆ। ਸਭ ਧਰਮ ਗੁਰੂ, ਸਭ ਧਰਮ ਪ੍ਰਚਾਰਕ ਚੰਗੇ ਕੰਮ ਕਰਨ ਦੇ ਉੱਪਰ ਜ਼ੋਰ ਦਿੰਦੇ ਆ। ਹਾਂ ਬਿਲਕੁਲ, ਇਹੀ ਕਹਿੰਦੇ ਆ। ਅਸੀਂ ਪੂਰਾ ਜ਼ੋਰ ਲਾਉਂਦੇ ਹੈਗੇ ਆ ਕਿ ਬੁਰੇ ਕੰਮ ਨਾ ਕਰੀਏ, ਸੱਚ ਬੋਲੀਏ, ਝੂਠ ਨਾ ਬੋਲੀਏ। ਇਸ ਪ੍ਰਕਾਰ ਦਵੰਦ ਦੇ ਵਿੱਚ ਮਨੁੱਖ ਦੀ ਇਸ ਪ੍ਰਕਾਰ ਦੀ ਸਪਲਿਟ ਪਰਸਨੈਲਿਟੀ ਬਣਾ ਦਿੱਤੀ ਜਾਂਦੀ ਹੈਗੀ ਆ ਕਿ ਉਹ ਆ ਜੀਵਨ ਦੇ ਜਿਹੜੇ ਮੈਂ ਮੋਟੇ ਕੁਝ ਡੁਅਲਿਜ਼ਮ ਆਫ ਲਾਈਫ ਲਏ ਨੇ, ਦਵੰਦ ਲਏ ਨੇ, ਮਨੁੱਖ ਨੂੰ ਇਹਨਾਂ ਦਵੰਦ ਦੀ ਸਮਝ ਹੀ ਨਹੀਂ ਆਉਂਦੀ। ਬਿਲਕੁਲ ਠੀਕ ਹੈ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤੀ ਦਰਸ਼ਨ ਦੀ ਬੁਨਿਆਦ ਹੀ ਇੱਥੇ ਖੜੀ ਆ। ਭਾਰਤੀ ਦਰਸ਼ਨ ਇੱਕ ਲਫ਼ਜ਼ ਹੈ ਬਹੁਤ ਇੰਪੋਰਟੈਂਟ, ਨਿਰਦਵੰਦ, ਜਿਹਨੂੰ ਅਸੀਂ ਅਦਵੈਤਿਆ ਵੀ ਕਹਿੰਦੇ ਆ, ਨੌਨ ਡੁਅਲਿਜ਼ਮ। ਹਾਂਜੀ, ਜਦ ਤੱਕ ਅਸੀਂ ਨੌਨ ਡੁਅਲਿਜ਼ਮ ਨੂੰ ਫੋਲੋ ਨਹੀਂ ਕਰਦੇ, ਜਦ ਤੱਕ ਅਸੀਂ ਇਹ ਦੋਵੇਂ ਜਿਹੜੀਆਂ ਫੋਰਸਿਸ ਨੇ, ਐਸਪੈਕਟਸ ਨੇ, ਇਹਨਾਂ ਦੋਵਾਂ ਦੇ ਐਸਪੈਕਟਸ ਨੂੰ ਅੰਗੀਕਾਰ ਨਹੀਂ ਕਰਦੇ, ਬਰਾਬਰ ਨਹੀਂ ਰੱਖਦੇ, ਉਦੋਂ ਤੱਕ ਅਸੀਂ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸੋ ਇੱਕ ਤਾਂ ਸ਼ਬਦ ਇਹ ਹੈ ਕਿ ਅਗਰ ਤੁਸੀਂ ਇਹ ਦਵੰਦ ਤੋਂ ਪਾਰ ਜਾਣਾ ਆ ਤਾਂ ਆਪਣੇ ਐਕਟ ਨੂੰ, ਹੁਣ ਤੁਹਾਡੇ ਐਕਟ ਦੀ ਬੁਨਿਆਦ ਬੜਾ ਲੰਬਾ ਚੌੜਾ ਹੋ ਜਾਂਦਾ ਆ। ਨਹੀਂ, ਆਪਾਂ ਅਗਲੀ ਵਾਰ ਕਰਾਂਗੇ, ਹੋਰ ਅਗਲੇ ਐਪੀਸੋਡ 'ਚ ਬਰੀਫ ਤੇ ਦੱਸ ਦਿਓ। ਹਾਂ, ਬਰੀਫ ਮੈਂ ਦੱਸਣਾ ਚਾਹਾਂ ਕਿ ਮਨੁੱਖ ਤੇ ਹਰ ਜਿਹੜਾ ਕਰਮ ਹੈ ਉਹਦੀ ਜਿਹੜੀ ਬੁਨਿਆਦ ਹੈ ਉਹ ਮਨੁੱਖ ਦੇ ਮਨ 'ਚ ਪਿਆ ਹੋਇਆ ਡਿਜ਼ਾਇਰ, ਥਾਟ ਪ੍ਰੋਸੈਸ, ਫੀਲਿੰਗ, ਤਿੰਨ ਚੀਜ਼ਾਂ ਨੇ ਜਿਹੜੀਆਂ ਤਾਓ ਦੇ ਵਿੱਚੋਂ ਨਿਕਲਦੀਆਂ ਨੇ, ਬ੍ਰਹਮ ਵਿੱਚੋਂ ਨਿਕਲਦੀਆਂ ਨੇ। ਬ੍ਰਹਮ ਦੀ ਡਿਜ਼ਾਇਰ, ਬ੍ਰਹਮ ਦਾ ਥਾਟ ਪ੍ਰੋਸੈਸ, ਬ੍ਰਹਮ ਦੀ ਫੀਲਿੰਗ, ਐਂਡ ਇਹਨਾਂ ਨੂੰ ਕਹਿੰਦੇ ਨੇ ਮਾਈਂਡ। ਇਹਨਾਂ ਵਿੱਚੋਂ ਹੀ ਬ੍ਰਹਮ ਦਾ ਨਿਕਲਦਾ ਹੰਕਾਰ, ਈਗੋ, ਐਂਡ ਇਹਨਾਂ ਦੀ ਹੀ ਪ੍ਰੈਸੀਪੀਟੇਸ਼ਨ ਜੋ ਮੈਨੀਫੈਸਟੇਸ਼ਨ ਸੰਸਾਰ ਵਿੱਚ ਹੁੰਦੀ ਹੈਗੀ ਆ, ਉਹਨੂੰ ਅਸੀਂ ਕਹਿੰਦੇ ਆ ਮਨੁੱਖ ਦਾ ਐਕਟ ਜਾਂ ਮਨੁੱਖ ਦਾ ਕਰਮ। ਇੱਕ ਛੋਟਾ ਜਿਹਾ ਮੈਂ ਇੱਥੇ ਟੋਕਦਾ, ਹਾਂਜੀ, ਜੇ ਫਿਰ ਇਹ ਸਾਰੀ ਸਮਝ ਹੀ ਆ ਜਾਣ ਲੋਕਾਂ, ਫਿਰ ਤਾਂ ਸਾਰੇ ਦੇਵਤਾ ਬਣ ਗਏ, ਫਿਰ ਉਹ ਰੱਬ ਸਿਸਟਮ ਕਿਵੇਂ ਚਲਾਏਗਾ? ਬਣਦੇ ਨਹੀਂ ਨਾ। ਜਿਹੜੀ ਭਾਰਤੀ ਦਰਸ਼ਨ ਦੀ ਅਪਰੋਚ ਹੈਗੀ ਆ, ਉਹ ਆਪਾਂ ਅੱਗੇ ਜਿਵੇਂ ਚੱਲਾਂਗੇ ਨਾ, ਹਾਂਜੀ, ਤੇ ਇਹ ਬਹੁਤ ਜ਼ਬਰਦਸਤ ਫਿਨੋਮਨਾ ਆ। ਹਾਂਜੀ, ਜਿਹੜਾ ਅਸੀਂ ਤਾਓ ਦਾ ਟਰਮਾਇਲ ਹੈ, ਜਦ ਤੱਕ ਉਹ ਤਾਓ ਇਨਵਿਜ਼ੀਬਲ ਹੈ ਉੱਥੇ ਕੋਈ ਟਰਮਾਇਲ ਨਹੀਂ, ਉਹ ਬੈਲੈਂਸਡ ਹੈ, ਸੰਪੂਰਨ ਹੈ। ਉਹਦਾ ਜਿਹੜਾ ਵਿਜ਼ੀਬਲ ਐਸਪੈਕਟ ਹੈ ਤਾਓ ਦਾ, ਬ੍ਰਹਮ ਦਾ ਜਿਹੜਾ ਵਿਜ਼ੀਬਲ ਐਸਪੈਕਟ ਹੈ, ਉਹ ਸਾਡੇ ਸਾਹਮਣੇ ਮੈਨੀਫੈਸਟਡ ਕਰਮ ਜੋ ਸੰਸਾਰ ਨੂੰ ਸਾਹਮਣੇ ਦਿਖਾਈ ਦੇ ਰਿਹਾ, ਇਹ ਐਕਟ ਤਾਂ ਤਾਓ ਦਾ ਹੀ ਹੈ, ਕੋਈ ਵੱਖਰਾ ਮਨੁੱਖ ਦਾ ਐਕਟ ਨਹੀਂ ਹੈ। ਮਨੁੱਖ ਦੇ ਐਕਟ ਦੀ ਬੁਨਿਆਦ ਉਹਦੀ ਇਸ ਡਿਜ਼ਾਇਰ ਚੋਂ ਨਿਕਲੀ ਆ, ਉਹਦੀ ਥਾਟ ਪ੍ਰੋਸੈਸ ਚੋਂ ਨਿਕਲੀ ਆ, ਉਹਦੀ ਫੀਲਿੰਗ ਐਂਡ ਉਹਦੀ ਈਗੋ ਫੁਲਫਿਲਮੈਂਟ ਚੋਂ ਨਿਕਲੀ ਹੈਗੀ। ਤਾਂ ਉਹ ਇਹ ਐਕਟ ਕਰਦਾ। ਉਸ ਐਕਟ ਦਾ ਅੱਗੇ ਇੱਕ ਵੱਖਰਾ ਚੈਪਟਰ ਹੈ ਕਿ ਬਾਅਦ ਮੁਖੀ ਵਰਤਾਰੇ ਦੇ ਵਿੱਚ ਪ੍ਰਕਿਰਤੀ ਦਾ ਕੀ ਰੋਲ ਹੈ, ਪ੍ਰਕਿਰਤੀ ਦੇ ਐਲੀਮੈਂਟ ਦਾ ਕੀ ਰੋਲ ਹੈ, ਐਲੀਮੈਂਟਸ ਦੇ ਆਪਸੀ ਜਿਹੜੇ ਗੁਣ ਨੇ ਉਹਨਾਂ ਦਾ ਕੀ ਰੋਲ ਹੈ, ਉਹ ਆਪਸ ਕਿਵੇਂ ਵਰਤਦੇ ਨੇ, ਇਹਨਾਂ ਸਭ ਨੂੰ ਤਾਓ ਕਿਵੇਂ એનર્ਜੀ ਸਪਲਾਈ ਕਰਦਾ। ਇੱਕ ਮੈਂ ਡਿਫਰੈਂਟ ਟੌਪਿਕ ਬਣ ਜਾਂਦਾ। ਇੱਕ ਹੋਰ ਮੈਂ ਸਵਾਲ ਪੁੱਛਦਾ ਹੈਗਾ, ਆਮ ਭਾਸ਼ਾ ਵਿੱਚ ਕਹਿੰਦੇ ਹੈਗੇ ਜੇ ਕੋਈ ਮਾੜਾ ਕਰਮ ਕੋਈ ਕਿਸੇ ਨਾਲ ਕਰ ਗਿਆ, ਉਹ ਕਹਿੰਦਾ ਹੋ ਸਕਦਾ ਮੈਂ ਪਿਛਲੇ ਜਨਮ 'ਚ ਇੰਨਾ ਕੋਈ ਕੀਤਾ ਹੋਵੇ, ਇਹਨੇ ਹੁਣ ਕਰ ਲਿਆ ਹੈਗਾ। ਹਾਂਜੀ,
ਠੀਕ ਹੈ ਕਿ ਨਹੀਂ? ਹਾਂਜੀ, ਹਾਂਜੀ। ਇਹ ਕਿਵੇਂ ਪਤਾ ਲੱਗੇ ਵੀ ਇਹ ਮੈਂ ਜਿਹੜਾ ਕੋਈ ਕਰਮ ਮੈਂ ਕਰ ਰਿਹਾ ਜਾਂ ਕੋਈ ਮੇਰੇ ਨਾਲ ਕਰ ਰਿਹਾ ਉਹ ਪਿਛਲੇ ਜਨਮ ਦਾ ਨਿਊਟਰਲਾਈਜ਼ ਹੋ ਰਿਹਾ ਕਿ ਮੈਂ ਫਰੈਸ਼ ਇਨੀਸ਼ੀਏਟ ਕਰ ਰਿਹਾ? ਇਹਦੇ ਬਾਰੇ ਡਿਸਟਿੰਕਸ਼ਨ ਕਿਵੇਂ ਹੋਵੇ? ਇਹਦੀ ਡਿਸਟਿੰਕਸ਼ਨ ਵਾਸਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦਵੰਦ ਦੇ 2 ਐਸਪੈਕਟ ਦੱਸੇ ਹੈਗੇ ਆ, ਹਾਂਜੀ ਹਾਂਜੀ। ਇਹਨਾਂ ਨੂੰ ਅੰਗੀਕਾਰ ਕਿਵੇਂ ਕੀਤਾ ਜਾਵੇ, ਅੱਛਾ ਜੀ। ਉਹਦਾ ਸੋਲੂਸ਼ਨ ਉੱਥੇ ਪਿਆ। ਉਹਨਾਂ ਦੋਵਾਂ ਨੂੰ ਅਸੀਂ ਅੰਗੀਕਾਰ ਤਦ ਕਰ ਸਕਦੇ ਹਾਂ ਜੇ ਅਸੀਂ ਸਾਰਥੀ, ਸਾਕਸ਼ੀ, ਅਵੇਅਰਨੈਸ ਨੂੰ ਜਾਣੀਏ ਕਿ ਵਾਟ ਇਜ਼ ਅਵੇਅਰਨੈਸ। ਹੋਸ਼ਮੰਦ ਹੋਣਾ ਕਿਸ ਨੂੰ ਆਖਦੇ ਨੇ, ਵਿਟਨੈਸ ਹੋਣਾ ਕਿਸ ਨੂੰ ਆਖਦੇ ਨੇ, ਸਾਕਸ਼ੀ ਭਾਵ ਕਿਵੇਂ ਪੈਦਾ ਹੋਵੇ। ਸਾਕਸ਼ੀ ਭਾਵ ਹੀ ਇੱਕ ਇਹੋ ਜਿਹਾ ਫਨੋਮਨਾ ਹੈ ਅਵੇਅਰਨੈਸ ਦਾ, ਜਿਹੜਾ ਕਿ ਤੁਹਾਡੇ ਇਹਨਾਂ ਦੋਨਾਂ ਐਸਪੈਕਟਸ ਨੂੰ ਦੇਖਦਾ ਕਿ ਮਨ 'ਚ ਚੀਜ਼ਾਂ ਵਾਪਰ ਰਹੀਆਂ ਨੇ। ਆਪਾਂ ਅਗਲੇ ਐਪੀਸੋਡ 'ਚ ਇੱਕ ਵੱਖਰਾ ਵਿਸ਼ਾ ਲਵਾਂਗੇ, ਵਾਟ ਇਜ਼ ਐਕਸ਼ਨ ਐਂਡ ਵਾਟ ਇਜ਼ ਰਿਐਕਸ਼ਨ। ਸਾਡੀ ਜੋ ਲਾਈਫ ਹੈ ਉਹ ਐਕਸ਼ਨ ਤਾਂ ਹੈ ਹੀ ਨਹੀਂ, ਉਹ ਰਿਐਕਸ਼ਨ ਆ। ਉਹ ਰਿਐਕਸ਼ਨ ਹੈ। ਅਸਲੀ ਪਿਛਲੇ ਜਨਮਾਂ 'ਚ ਇਤਨਾ ਰਿਐਕਟ ਕਰ ਚੁੱਕੇ ਹੈਗੇ ਆ, ਰਿਐਕਸ਼ਨ ਦਰ ਰਿਐਕਸ਼ਨ, ਰਿਐਕਸ਼ਨ ਤੋਂ ਬਾਅਦ ਫਿਰ ਰਿਐਕਸ਼ਨ, ਰਿਐਕਸ਼ਨ ਤੋਂ ਬਾਅਦ ਫਿਰ ਰਿਐਕਸ਼ਨ। ਇੱਕ ਇਹੋ ਜਿਹੀ ਸ਼੍ਰੰਖਲਾ ਚੱਲਦੀ ਹੈ, ਇੱਕ ਇਹੋ ਜਿਹੀ ਲੜੀ ਚੱਲਦੀ ਹੈਗੀ, ਚੱਲੀ ਜਾ ਰਹੀ ਹੈਗੀ ਆ, ਜਿਹੜੀ ਕਿਤੇ ਜਨਮ ਦਰ ਜਨਮ ਖਾਤੀ ਵੀ ਨਹੀਂ ਹੁੰਦੀ। ਕਿਉਂ ਕਿ ਅਸੀਂ ਐਕਸ਼ਨ ਨਹੀਂ ਕਰ ਰਹੇ। ਜਿਹਨੂੰ ਅਸੀਂ ਅੱਜ ਐਕਟ ਕਹਿੰਦੇ ਆ ਨਾ, ਇਹ ਵੀ ਆਊਟ ਆਫ ਰਿਐਕਸ਼ਨ ਹੈ, ਆਊਟ ਆਫ ਰਿਐਕਸ਼ਨ ਹੈ। ਹਾਂ, ਜਿਹੜੇ ਅਸੀਂ ਪਿਛਲੇ ਜਨਮਾਂ 'ਚ ਰਿਐਕਸ਼ਨ ਕੀਤੇ ਨੇ, ਹਰ ਵਰਤਾਰਾ ਅਸੀਂ ਰਿਐਕਟ ਕੀਤਾ ਕਿਉਂਕਿ ਅਸੀਂ ਬੇਹੋਸ਼ ਸੀਗੇ, ਅਨਕੰਸ਼ੀਅਸ ਸੀਗੇ। ਜਦੋਂ ਅਸੀਂ ਕੰਸ਼ੀਅਸ ਹੋ ਜਾਵਾਂਗੇ, ਅਵੇਅਰ ਹੋ ਜਾਵਾਂਗੇ, ਸਾਕਸ਼ੀ ਬਣ ਜਾਵਾਂਗੇ, ਦਵੰਦ ਦੇ ਦੋਨਾਂ ਪਹਿਲੂ ਨੂੰ ਦੇਖਣ ਦੇ ਕੈਪੇਬਲ ਹੋ ਜਾਵਾਂਗੇ ਕਿ ਆਹ ਦੋਵੇਂ ਬਰਾਬਰ ਖੜੇ ਆ, ਫਿਰ ਕੋਈ ਚੀਜ਼ ਪਾਪ ਨਹੀਂ ਰਹਿੰਦੀ, ਕੋਈ ਚੀਜ਼ ਗਲਤ ਨਹੀਂ, ਕੋਈ ਚੀਜ਼ ਝੂਠ ਨਹੀਂ, ਕੋਈ ਚੀਜ਼ ਨੁਕਸਾਨ ਨਹੀਂ ਕਰਦੀ। ਉਹਨਾਂ ਦਾ ਇੱਕ ਸੰਤੁਲਨ ਸੱਜ ਜਾਂਦਾ ਹੈਗਾ। ਇਤਨੀ ਸ਼ਕਤੀ ਹੈ ਸਾਕਸ਼ੀ ਭਾਵ ਦੇ ਵਿੱਚ। ਇੱਕ ਮੈਂ ਹੋਰ ਲਾਸਟ ਸਵਾਲ ਪੁੱਛਦਾ ਹੈਗਾ, ਮੰਨ ਲਓ ਤੁਹਾਡੇ ਟੇਬਲ ਤੇ ਲੱਖ ਰੁਪਇਆ ਪਿਆ, ਹਾਂਜੀ, ਕੋਈ ਬੰਦਾ ਇੱਥੇ ਆਉਂਦਾ, ਉਹ ਉੱਥੇ ਪਿਆ ਤੇ ਉਹ ਚੁੱਕ ਕੇ ਲੈ ਜਾਂਦਾ ਹੈਗਾ। ਦੂਸਰਾ ਬੰਦਾ ਕਹਿੰਦਾ ਡਾਕਟਰ ਸਾਹਿਬ ਆ ਤੁਹਾਡੇ ਪੈਸੇ ਪਏ ਆ, ਇਹਨੂੰ ਜਰਾ ਤੁਸੀਂ ਇੱਧਰ ਸਾਂਭ ਕੇ ਰੱਖ ਲਓ। ਇਹ ਕੀ ਵਰਤਾਰਾ ਹੈਗਾ? ਮੈਂ ਗੱਲ ਤੁਹਾਡੀ ਸਮਝਿਆ ਨਹੀਂ ਕਿ ਵੀ ਮੰਨ ਲਓ ਤੁਹਾਡੇ ਟੇਬਲ ਤੇ ਲੱਖ ਰੁਪਇਆ ਪਿਆ ਹੈਗਾ, ਹਾਂਜੀ, ਇੱਕ ਬੰਦਾ ਤੁਹਾਡੇ ਤੋਂ ਨਿਗਾਹ ਬਚਾ ਕੇ ਚੁੱਕ ਕੇ ਲੈ ਗਿਆ, ਚੋਰੀ ਕਰ ਲੈ। ਠੀਕ ਹੈ। ਦੂਜਾ ਤੁਹਾਨੂੰ ਹੋਰ ਕੋਈ ਬੰਦਾ ਆਵੇ, ਉਹ ਕਹਿੰਦਾ ਜੀ ਆਪਣੇ ਡਾਕਟਰ ਸਾਹਿਬ ਆ ਤੁਹਾਡੇ ਪੈਸੇ ਪਏ, ਇਹਨੂੰ ਜਰਾ ਸੰਭਾਲ ਲਓ। ਮਤਲਬ ਉਹਦੀ ਕੋਈ ਚੁੱਕਣੇ ਦੀ ਇੰਟੈਂਸ਼ਨ ਨਹੀਂ ਹੈਗੀ। ਇੰਨਾ ਬੇਸਿਕ ਫਰਕ ਕਿਉਂ ਆਉਂਦਾ ਹੈ ਇਹਦਾ ਦੀ ਹਿਊਮਨ ਪਰਸਨੈਲਿਟੀ ਦੇ ਵਿੱਚ? ਦੇਖੋ, ਜਦੋਂ ਆਪਾਂ ਧਰਮ ਦੀ ਦੁਨੀਆ 'ਚ ਪ੍ਰਵੇਸ਼ ਕਰਦੇ ਹੈਗੇ ਆ, ਹਾਂਜੀ, ਤਾਂ ਇੱਕ ਬਹੁਤ ਬਿਊਟੀਫੁਲ ਚੀਜ਼ ਆਉਂਦੀ ਹੈਗੀ ਆ। ਹਾਂਜੀ, ਉਹ ਹੈ ਤੁਹਾਡਾ ਨਿਰਸਵਾਰਥ ਹੋਣਾ। ਨਿਰਸਵਾਰਥ ਹੋਣਾ। ਤੁਸੀਂ ਇੱਕ ਸੰਜੀਦਗੀ, ਓਨੈਸਟੀ, ਇਮਾਨਦਾਰੀ, ਡੈਡੀਕੇਸ਼ਨ, ਇੱਕ ਇਸ ਪ੍ਰਕਾਰ ਦੇ ਵਿਵੇਕ ਦੇ ਮਾਲਕ ਹੋ ਜਾਂਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ, ਇਹਨਾਂ ਨੂੰ ਤੁਸੀਂ ਸੰਤੁਲਿਤ ਹੋ ਕੇ ਦੇਖਦੇ ਹੋ। ਉਸ ਵਕਤ ਤੁਹਾਨੂੰ ਕੋਈ ਕਿਸੇ ਚੀਜ਼ ਦਾ ਈਵਨ ਕਿ ਅਗਰ ਤੁਸੀਂ ਜਾਗਰੂਕ ਹੋ, ਅਗਰ ਤੁਸੀਂ ਸਾਕਸ਼ੀ ਭਾਵ ਹੋ, ਕੌਨਸ਼ੀਅਸ ਹੋ, ਤਾਂ ਤੁਸੀਂ ਅਗਰ ਕਿਸੇ ਨੂੰ ਕਤਲ ਵੀ ਕਰ ਰਹੇ ਹੋ ਤਾਂ ਉਹ ਵੀ ਪਾਪ ਨਹੀਂ ਬਣ ਜਾਂਦਾ। ਉਹ ਸਾਰੀ ਯਾਰ ਗੀਤਾ ਤੇ ਖੜੀ ਆ। ਸਮਝੇ। ਉਹ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਇੱਕੋ ਚੀਜ਼ ਤੇ ਕਰ ਰਹੇ ਨੇ ਕਿ ਭਾਈ ਤੂੰ ਜਾਗ ਜਾਗ ਹੋ ਕੇ ਆਪਣੇ ਇਸ ਜੀਵਨ ਦੇ ਦਵੰਦ ਨੂੰ ਦੇਖ ਲਾ, ਜੋ ਤੂੰ ਰਿਐਕਟ ਕਰ ਰਿਹਾ ਹੈਗਾ ਆ ਉਹਨੂੰ ਦੇਖ ਲਾ, ਐਕਸ਼ਨ ਕਰ। ਐਕਸ਼ਨ, ਜਾਗਰੂਕ ਵਿਅਕਤੀ ਜੋ ਕੰਮ ਕਰੇਗਾ, ਜਾਗਰੂਕ ਵਿਅਕਤੀ ਦਾ ਜੋ ਕਰਮ ਹੈ ਉਹ ਹੈ ਐਕਸ਼ਨ। ਅਨਕੰਸ਼ੀਅਸ ਵਿਅਕਤੀ ਦਾ ਜੋ ਕਰਮ ਹੈ ਉਹ ਹੈ ਰਿਐਕਸ਼ਨ। ਰਿਐਕਸ਼ਨ ਦੀ ਸਜ਼ਾ ਤਾਂ ਉਹਨੂੰ ਭੁਗਤਣੀ ਪੈਣੀ ਹੈਗੀ ਆ। ਜੇ ਉਹਦਾ ਸਵਾਰਥ ਹੈਗਾ ਕਿ ਮੈਂ ਲੱਖ ਰੁਪਏ ਦੀ ਚੋਰੀ ਕਰ ਰਿਹਾ, ਹਾਂਜੀ, ਤੇ ਅਗਰ ਉਹ ਦੇਖ ਰਿਹਾ ਕਿ ਲੱਖ ਮੇਰਾ ਹੈ ਤਾਂ ਨਹੀਂ, ਤੇ ਜੇ ਇਹ ਡਾਕਟਰ ਸਾਹਿਬ ਦਾ ਪਿਆ ਉਹਨਾਂ ਨੂੰ ਮਿਲ ਜਾਵੇ ਤਾਂ ਜ਼ਿਆਦਾ ਵਧੀਆ। ਉਹਦਾ ਕੋਈ ਸਵਾਰਥ ਨਹੀਂ। ਰਾਜਨੀਤੀ ਦੀ ਗੰਦਗੀ ਦੀ ਜਿਹੜੀ ਬੁਨਿਆਦ ਹੈਗੀ ਆ, ਉਹ ਹੈ ਸਭ ਤੋਂ ਵੱਡਾ ਮਨੁੱਖ ਦਾ ਸਵਾਰਥ। ਕਿਉਂ ਸਵਾਰਥ? ਕਿ ਮਨੁੱਖ ਨੇ ਹੰਕਾਰ ਪੂਰਤੀ ਕਰਨੀ ਆ। ਇਹ ਸਾਰੇ ਦੇ ਸਾਰੇ ਹੰਕਾਰੀ ਲੋਕਾਂ ਦੇ ਟੋਲੇ ਆ ਜਿਹੜੇ ਦੁਨੀਆ ਵਿੱਚ ਰਾਜਨੀਤੀ ਚਲਾ ਰਹੇ ਆ, ਜਾਂ ਇਹ ਟਰਮੋਇਲ ਕਰ ਰਹੇ ਹੈਗੇ, ਜਾਂ ਕੁਝ ਵੀ ਕਰ ਰਹੇ ਹੈਗੇ। ਇਹ ਤਾਂ ਹੱਥ ਠੋਕੇ ਨੇ, ਤਾਓ ਦੇ, ਬ੍ਰਹਮ ਦੇ ਇਹ ਪੁਤਲੇ ਨੇ। ਉਹ ਇਹਨਾਂ ਨੂੰ ਇਹ ਅਗਰ ਆਪਣੀ ਉਸ ਚੈਨਲ ਰਾਹੀਂ ਹੁਣ ਇੱਕ ਐਫਰਟ ਹੈ ਡਾਕਟਰ ਦਸਾਂਝ ਦੀ ਕਿ ਸਮਝ ਆ ਜਾਵੇ ਕਿ ਵਾਟ ਇਜ਼ ਐਕਸ਼ਨ, ਵਾਟ ਇਜ਼ ਰਿਐਕਸ਼ਨ, ਵਾਟ ਇਜ਼ ਅਨਕੰਸ਼ੀਅਸਨੈਸ, ਵਾਟ ਇਜ਼ ਕੌਨਸ਼ੀਅਸਨੈਸ, ਬਹੁਤ ਅੱਛਾ ਗਾ, what is this act and what is this thought and feeling। ਭਾਵ ਦੇ ਤਲ ਦੇ ਉੱਪਰ ਭਾਵ ਪਿੱਛੇ ਪਿਆ ਮਨ ਵਿੱਚ, ਐਕਸ਼ਨ ਬਾਹਰ ਹੋ ਰਿਹਾ। ਚੀਜ਼ਾਂ ਲੱਗਦੀਆਂ ਤਾਂ ਬੜੀਆਂ ਐਵੇਂ ਫਿਲਾਸਫੀਕਲ ਆ ਜੀ, ਨਹੀਂ, ਇਹ ਪ੍ਰੈਕਟੀਕਲ ਹੈ, ਇਹ ਪ੍ਰੈਕਟੀਕਲ ਚੀਜ਼ਾਂ ਨੇ। ਉਹ ਵਿਅਕਤੀ ਇਮਾਨਦਾਰ ਹੋ ਹੀ ਨਹੀਂ ਸਕਦਾ ਜਿਹੜਾ ਸਿਰਫ ਐਕਟ ਤੱਕ ਸੀਮਿਤ ਆ, ਜਿਹਨੂੰ ਆਪਣੇ ਪਿਛਲੇ ਉਸ ਤਾਓ ਦਾ, ਉਸ ਬ੍ਰਹਮ ਦਾ ਕੋਈ ਨੌਲੇਜ ਕੋਈ ਨਹੀਂ। ਜਿਹੜਾ ਸੁੱਤਾ ਪਿਆ ਬੇਹੋਸ਼ ਹੈ, ਬੇਹੋਸ਼ ਵਿਅਕਤੀ
ਟਰਮੋਇਲ ਵੀ ਪੈਦਾ ਕਰੇਗਾ ਐਂਡ ਉਹ ਵੀ ਮਾੜੀ ਨਹੀਂ ਗਈ। ਰਾਵਣ, ਦੁਰਯੋਧਨ, ਹਰਨਕਸ਼ਪ, ਜਿੰਨੇ ਵੀ ਵੱਡੇ ਵੱਡੇ ਸਹਿਸਰ ਅਰਜਨ ਆਏ ਨੇ ਨੈਗੇਟਿਵ ਫੋਰਸਿਸ, ਦਾਨਵ ਫੋਰਸਿਸ, ਉਹ ਇਸ ਤਾਓ ਦਾ ਹੀ ਹਿੱਸਾ ਨੇ। ਇਹ ਬਾਹਰ ਮੁਖੀ ਪ੍ਰਤਾਰੇ ਵਿੱਚ ਸਿਲਸਿਲਾ ਡਿਸਟਰਕਸ਼ਨ ਐਂਡ ਕੰਸਟਰਕਸ਼ਨ ਦਾ ਚੱਲਦਾ ਰਹੇਗਾ। ਬਹੁਤ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ। ਸਾਡਾ ਪਰਪਸ ਵੀ ਇਹ ਲੋਕਾਂ ਨੂੰ ਆਪਣੇ ਇਹਨਾਂ ਚੀਜ਼ਾਂ ਬਾਰੇ ਮੈਨਿਊਟ ਮਤਲਬ ਕਾਫੀ ਬਰੀਕ ਨੌਲੇਜ ਹੋਵੇ। ਤੁਸੀਂ ਡਾਕਟਰ ਸਾਹਿਬ ਸਾਡੇ ਨਾਲ ਜੁੜੇ, ਇਹਦਾ 2-3 एपिसोड ਹੋਰ ਕਰਾਂगे। बहुत बहुत मेहरबानी, धन्यवाद, थैंक यू वेरी मच। एक बार फिर आप सबके भीतर उस ताओ को, उस ब्रह्म को, उस आदि शक्ति को प्रणाम। थैंक यू डॉक्टर साहब, थैंक यू, थैंक यू।